ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਆਰ ਯੂ ਰੈਡੀ? ਅੱਜ ਆਪਾਂ ਜਮਾਤ 7ਵੀਂ ਦਾ ਪਾਠ 12ਵਾਂ ਪੌਦਿਆਂ ਵਿੱਚ ਪ੍ਰਜਨਨ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਕਿਰਿਆਵਾਂ 'ਤੇ ਆਧਾਰਿਤ ਪਹਿਲਾ ਪ੍ਰਸ਼ਨ। ਪੁਨਰ ਜਨਨ ਵਿਧੀ ਵਿੱਚ ਕੀ ਹੁੰਦਾ ਹੈ? ਜੀਵਾਂ ਦੀ ਆਪਣੇ ਆਪ ਨੂੰ ਮੁਰੰਮਤ ਕਰਨ ਅਤੇ ਆਪਣੇ ਟੁੱਟੇ ਭੱਜੇ ਅੰਗ ਮੁੜ ਪੈਦਾ ਕਰਨ ਦੀ ਯੋਗਤਾ ਨੂੰ ਪੁਨਰ ਜਨਨ ਕਹਿੰਦੇ ਹਨ। ਨੈਕਸਟ ਕੁਐਸਚਨ ਹੈ, ਦੋ ਖੰਡਨ ਵਿਧੀ ਰਾਹੀਂ ਅਲਿੰਗੀ ਪ੍ਰਜਨਨ ਕਰਨ ਵਾਲੇ ਦੋ ਜੀਵਾਂ ਦੇ ਨਾਂ ਲਿਖੋ। ਉਸਦਾ ਆਨਸਰ ਹੈਗਾ ਉੱਲੀ ਅਤੇ ਕਾਈ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਅਭਿਆਸ ਦਾ ਪਹਿਲਾ ਪ੍ਰਸ਼ਨ ਹੈ, ਖਾਲੀ ਥਾਵਾਂ ਭਰੋ। ਪਰਾਗਕੋਸ਼ ਅਤੇ ਤੰਤੂ ਮਿਲ ਕੇ ਫੁੱਲ ਦਾ ਡੈਸ਼ ਬਣਾਉਂਦੇ ਹਨ। ਕਿਆ ਆਏਗਾ ਇਸ ਆਨਸਰ? ਪੁੰਕੇਸਰ। ਨੈਕਸਟ ਹੈ, ਡੈਸ਼ ਪ੍ਰਜਨਨ ਵਿੱਚ ਬੀਜ ਬਣਦੇ ਹਨ। ਇਸਦਾ ਆਨਸਰ ਆਏਗਾ ਲਿੰਗੀ। ਨੈਕਸਟ, ਜਿਸ ਫੁੱਲ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਹੋਣ ਉਸ ਫੁੱਲ ਨੂੰ ਡੈਸ਼ ਫੁੱਲ ਕਹਿੰਦੇ ਹਨ। ਤਾਂ ਉਸਨੂੰ ਕੀ ਕਹਿੰਦੇ ਆਪਾਂ? ਦੋ ਲਿੰਗੀ ਫੁੱਲ ਕਹਿੰਦੇ ਹਨ। ਡੈਸ਼ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਕਾਇਕ ਪ੍ਰਜਨਨ ਕੀ ਹੈ? ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਪ੍ਰਸ਼ਨ ਦੂਸਰਾ, ਸਹੀ ਜਾਂ ਗਲਤ ਦੱਸੋ। ਪਹਿਲਾ ਹੈਗਾ ਆਪਣੇ ਕੋਲ, ਖਮੀਰ ਵਿੱਚ ਲਿੰਗੀ ਅਤੇ ਲਿੰਗੀ ਢੰਗਾਂ ਨਾਲ ਪ੍ਰਜਨਨ ਹੁੰਦਾ ਹੈ। ਗਲਤ ਹੈ। ਨੈਕਸਟ ਹੈ, ਪਰਾਗਕਣ ਫੁੱਲ ਦੇ ਨਰ ਯੁਗਮਕ ਹੁੰਦੇ ਹਨ। ਇਹ ਸਹੀ ਹੈ। ਅਦਰਕ ਇੱਕ ਤਣਾ ਹੈ ਜਿਸ ਵਿੱਚ ਗੰਢਾਂ ਅਤੇ ਅੰਤਰਗੰਢਾਂ ਹੁੰਦੀਆਂ ਹਨ। ਬਿਲਕੁਲ ਸਹੀ। ਕਲਮਾਂ ਲਗਾਉਣਾ ਅਤੇ ਪਿਓਨ ਚੜ੍ਹਾਉਣਾ ਪ੍ਰਜਨਨ ਦੇ ਕੁਦਰਤੀ ਢੰਗ ਹਨ। ਗਲਤ। ਇਹ ਕੀ ਹੈ? ਇੱਕ ਆਰਟੀਫਿਸ਼ੀਅਲ ਢੰਗ ਹੈ। ਉਸ ਤੋਂ ਬਾਅਦ ਨੈਕਸਟ ਹੈ, ਮਿਲਾਨ ਕਰੋ। ਤਾਂ ਪਹਿਲਾਂ ਆਪਣੇ ਕੋਲ ਦਿੱਤਾ ਹੋਇਆ ਸ਼ੱਕਰਕੰਦੀ। ਸ਼ੱਕਰਕੰਦੀ ਕੀ ਹੈ? ਫੁੱਲੀਆਂ ਹੋਈਆਂ ਜੜ੍ਹਾਂ। ਨੈਕਸਟ ਹੈ ਆਲੂ। ਆਲੂ ਕੀ ਹੈ? ਗੰਢ, ਜਿਹਨੂੰ ਆਪਾਂ ਟਿਊਬਰ ਵੀ ਕਹਿ ਦਿੰਦੇ ਹਾਂ। ਪੱਤਿਆਂ ਦੀਆਂ ਕਰੂੰਬਲਾਂ ਰਾਹੀਂ ਕਾਇਕ ਜਿਹੜਾ ਪ੍ਰਜਨਨ ਹੁੰਦਾ ਤਾਂ ਕਿਹੜਾ ਹੁੰਦਾ? ਪੱਥਰ ਚੜ੍ਹਦਾ ਪੱਤਾ। ਬੁੱਕ ਦੇ ਵਿੱਚ ਡਾਇਗਰਾਮ ਵੀ ਬਣੀ ਹੋਈ ਹੈ। ਜੋ ਚੈਪਟਰ ਪੜ੍ਹੋਗੇ ਚੈਪਟਰ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਰਾਜੇ। ਪਿਓਂਦ ਚੜ੍ਹਾਉਣੀ। ਪਿਓਂਦ ਚੜ੍ਹਾਉਣੀ ਕੀ ਹੈ? ਇੱਕ ਬਨਾਵਟੀ ਪ੍ਰਜਨਨ ਹੈ। ਇਹ ਕੁਦਰਤੀ ਪ੍ਰਜਨਨ ਨਹੀਂ ਹੈ। ਟਿਸ਼ੂ ਕਲਚਰ, ਇਹ ਕੀ ਹੈ? ਇੱਕ ਸੂਖਮ ਪ੍ਰਜਨਨ। ਕਲੀ, ਕਲੀ ਦਾ ਕੀ ਹੈ? ਖਮੀਰ। ਖਮੀਰ ਦੇ ਅਕੋਰਡਿੰਗ ਹੁੰਦਾ ਹੈ। ਵਿਖੰਡਨ, ਸਪਾਇਰੋਗਾਇਰਾ। ਪ੍ਰਸ਼ਨ ਚੌਥਾ, ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਜਨਨ ਦੇ ਉਸ ਢੰਗ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਕੇਵਲ ਇੱਕ ਜਨਕ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ? ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਲਿੰਗੀ ਪ੍ਰਜਨਨ। ਜਿਸ ਦੇ ਵਿੱਚ ਸਿਰਫ ਇੱਕ ਹੀ ਜਨਕ ਹੁੰਦਾ ਉਹਨੂੰ ਆਪਾਂ ਅਲਿੰਗੀ ਪ੍ਰਜਨਨ ਕਹਿੰਦੇ ਹਾਂ। ਨੈਕਸਟ ਹੈ, ਫੁੱਲ ਦਾ ਕਿਹੜਾ ਭਾਗ ਫਲ ਬਣਦਾ ਹੈ? ਅੰਡਕੋਸ਼। ਖਮੀਰ ਵਿੱਚ ਪ੍ਰਜਨਨ ਕਿਵੇਂ ਹੁੰਦਾ ਹੈ? ਬਡਿੰਗ ਵਿਧੀ ਦੇ ਰਾਹੀਂ। ਹਵਾ ਪਰਾਗਣ ਵਿੱਚ ਸਹਾਇਤਾ ਕਰਦੀ ਹੈ। ਇੱਕ ਉਦਾਹਰਨ ਦਿਓ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਘਾਹ ਵਰਗੇ ਪੌਦਿਆਂ ਦੇ ਪਰਾਗਣ ਹਲਕੇ ਹੋਣ ਕਰਕੇ ਕਿ ਹਵਾ ਦੇ ਰਾਹੀਂ ਉੱਡ ਜਾਂਦੇ ਹਨ। ਉੱਡ ਕੇ ਪਰਾਗਣ ਗ੍ਰਾਹੀ ਤੱਕ ਪਹੁੰਚ ਕੇ ਪਰਾਗਣ ਕਰਦੇ ਹਨ। ਮਤਲਬ ਦੂਰ ਦੂਰ ਚਲੇ ਜਾਂਦੇ ਕਿਉਂਕਿ ਇਹਦੇ ਕੰਨ ਕੀ ਹੁੰਦੇ ਆ? ਹਲਕੇ ਹੁੰਦੇ ਆ। ਜਿਸ ਕਰਕੇ ਇਸਨੂੰ ਆਪਾਂ ਕੀ ਕਹਿੰਦੇ? ਹਵਾ ਪਰਾਗਣ ਵਿੱਚ ਸਹਾਇਤਾ ਕਰਦੀ ਹੈ। ਫੁੱਲ ਦੇ ਲਿੰਗੀ ਭਾਗਾਂ ਦੇ ਨਾਮ ਲਿਖੋ। ਲਿੰਗੀ ਭਾਗ ਦੱਸਣੇ। ਪਹਿਲਾਂ ਇਸ 'ਚ ਕੀ ਹੈ? ਭਾਵ ਇਸ ਦੇ ਵਿੱਚ ਕੀ ਹੋਣਗੇ? ਦੋ ਜਨਕ ਹੋਣਗੇ। ਨਰ ਭਾਗ ਦੱਸਣਾ ਕੀ ਹੈ? ਪੁੰਕੇਸਰ, ਜਿਹੜਾ ਕਿ ਤੰਤੂ ਅਤੇ ਪਰਾਗਕੋਸ਼ ਤੋਂ ਬਣਿਆ ਹੋਇਆ। ਮਾਦਾ ਭਾਗ ਕੀ ਹੈ? ਇਸਤਰੀ ਕੇਸਰ, ਜਿਸ ਦੇ ਵਿੱਚ ਪਰਾਗਣ ਗ੍ਰਾਹੀ ਆਉਂਦੀ ਹੈ, ਪਰਾਗਣ ਵਹਿਣੀ ਆਉਂਦੀ ਹੈ ਅਤੇ ਅੰਡਕੋਸ਼ ਆਉਂਦਾ। ਨੈਕਸਟ ਇਸ ਤੋਂ ਬਾਅਦ ਪ੍ਰਸ਼ਨ ਪੰਜਵਾਂ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪੌਦਿਆਂ ਵਿੱਚ ਅਲਿੰਗੀ ਪ੍ਰਜਨਨ ਦੇ ਵੱਖ ਵੱਖ ਢੰਗਾਂ ਦੇ ਨਾਂ ਲਿਖੋ। ਕਿਹੜੇ ਕਿਹੜੇ ਅਲਿੰਗੀ ਪ੍ਰਜਨਨ ਦੀਆਂ ਵਿਧੀਆਂ? ਦੋ ਖੰਡਨ ਵਿਧੀ, ਕਲੀਆਂ ਰਾਹੀਂ ਜਿਸ ਨੂੰ ਆਪਾਂ ਬਡਿੰਗ ਵੀ ਕਹਿ ਦਿੰਦੇ ਹਾਂ, ਵਿਖੰਡਨ, ਬੀਜਾਣੂਆਂ ਰਾਹੀਂ, ਪੁਨਰ ਜਨਨ ਅਤੇ ਕਾਇਕ ਪ੍ਰਜਨਨ। ਨੈਕਸਟ ਕੁਐਸਚਨ ਹੈ, ਪੌਦਿਆਂ ਵਿੱਚ ਬਨਾਵਟੀ ਪ੍ਰਜਨਨ ਕੀ ਹੈ? ਕਈ ਪੌਦਿਆਂ ਵਿੱਚ ਕਲਮ ਲਗਾ ਕੇ, ਪਿਓਂਦ ਚੜ੍ਹਾ ਕੇ ਜਾਂ ਜ਼ਮੀਨ ਹੇਠਾਂ ਟਾਹਣੀ ਨੂੰ ਦਬਾ ਕੇ ਆਦਿ ਤਰੀਕੇ, ਮਤਲਬ ਬਹੁਤ ਸਾਰੇ ਤਰੀਕੇ ਜਿਸ ਦੇ ਨਾਲ ਆਪਾਂ ਨਵਾਂ ਪੌਦਾ ਉਗਾ ਸਕਦੇ ਹਾਂ। ਇਸ ਵਿਧੀ ਨੂੰ ਆਪਾਂ ਕੀ ਕਹਿੰਦੇ? ਬਨਾਵਟੀ ਪ੍ਰਜਨਨ ਕਹਿੰਦੇ ਹਾਂ। ਜਿਸ ਨੂੰ ਕਿ ਆਪਾਂ ਖੁਦ ਆਪ ਤੇ ਕੁਦਰਤੀ ਨਹੀਂ ਹੁੰਦਾ। ਇਸ ਦੇ ਵਿੱਚ ਕੀ ਹੈ? ਇਨਸਾਨ ਇਸ ਦੇ ਵਿੱਚ ਕੁਛ ਨਾ ਕੁਛ ਪ੍ਰੋਸੈਸ ਕਰਦਾ, ਕੋਈ ਤਰੀਕੇ ਅਪਣਾਉਂਦਾ। ਇਹ ਤੁਹਾਡੇ ਬੁੱਕ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਵਿਦ ਡਾਇਗਰਾਮ। ਬੁੱਕ ਖੋਲੋਗੇ ਤਾਂ ਉਹਦੇ ਵਿੱਚ ਤੁਹਾਨੂੰ ਡਾਇਗਰਾਮ ਤੋਂ ਵੀ ਕਲੀਅਰ ਹੋ ਜਾਏਗਾ। ਨੈਕਸਟ ਹੈ, ਟਿਸ਼ੂ ਕਲਚਰ ਸੂਖਮ ਪ੍ਰਜਨਨ ਕੀ ਹੈ?
ਟਿਸ਼ੂ ਕਲਚਰ ਵਿੱਚ ਵਿਭਾਜਿਤ ਹੋ ਰਹੇ ਟਿਸ਼ੂਆਂ ਦੇ ਪੁੰਜ ਨੂੰ ਜ਼ਰੂਰੀ ਪੋਸ਼ਕਾਂ ਅਤੇ ਹਾਰਮੋਨ ਯੁਕਤ ਮਾਧਿਅਮ ਵਿੱਚ ਰੱਖ ਕੇ ਛੋਟੇ ਪੌਦੇ ਬਣਾਏ ਜਾਂਦੇ ਹਨ। ਨੈਕਸਟ ਕੁਐਸਚਨ ਹੈ ਬੀਜ ਖਿਲਰਨ ਦੇ ਲਾਭ ਲਿਖੋ। ਬੀਜ ਖਿਲਰਨ ਦੇ ਕੀ ਲਾਭ ਹੈ? ਜੇ ਬੀਜ ਖਿਲਰਨਗੇ ਤਾਂ ਇਸ ਦੇ ਨਾਲ ਕੀ ਹੋਵੇਗਾ? ਪੌਦੇ ਜ਼ਿਆਦਾ ਖੇਤਰਾਂ ਵਿੱਚ ਫੈਲ ਜਾਂਦੇ ਹਨ। ਨੈਕਸਟ ਹੈ ਪੁੰਗਰਨਾ ਕੀ ਹੈ? ਪੁੰਗਰਨ ਲਈ ਜ਼ਰੂਰੀ ਹਾਲਾਤਾਂ ਕਿਹੜੀਆਂ ਹਨ? ਸਿੱਲੀ ਮਿੱਟੀ 'ਤੇ ਪਹੁੰਚ ਕੇ ਬੀਜ ਪਾਣੀ ਸੋਖ ਕੇ ਫੁੱਲ ਜਾਂਦੇ ਹਨ। ਬੀਜ ਦਾ ਭਰੂਣ ਕੀ ਹੈ? ਪੁੰਗਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦਾ ਜੜ ਅੰਕੁਰ ਮਿੱਟੀ ਵਿੱਚ ਧੱਸ ਜਾਂਦਾ ਹੈ ਅਤੇ ਜੜ ਬਣ ਜਾਂਦਾ ਹੈ। ਤਣਾ ਜਿਹੜਾ ਹੈਗਾ ਅੰਕੁਰ ਉੱਪਰ ਵੱਲ ਵੱਧਦਾ ਹੈ, ਪੱਤੇ ਨਿਕਲ ਆਉਂਦੇ ਹਨ ਅਤੇ ਜਿਸ ਵਿੱਚ ਇਹ ਛੋਟੇ ਪੌਦੇ ਦਾ ਅਤੇ ਇਸ ਤੋਂ ਬਾਅਦ ਇਹ ਛੋਟੇ ਪੌਦੇ ਦਾ ਕੀ ਹੈ? ਇੱਕ ਰੂਪ ਧਾਰਨ ਕਰ ਲੈਂਦਾ ਹੈ। ਸਮਝ ਆ ਗਿਆ ਬੱਚਿਓ ਇੱਥੋਂ ਤੱਕ? ਸੋ ਨੈਕਸਟ ਆਪਾਂ ਮੂਵ ਔਨ ਕਰਦੇ ਹਾਂ। ਪ੍ਰਸ਼ਨ ਨੰਬਰ 6ਵਾਂ, ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਨੈਕਸਟ ਕੁਐਸਚਨ ਆਪਣੇ ਕੋਲ ਪ੍ਰਸ਼ਨ 6ਵਾਂ, ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਅਲਿੰਗੀ ਪ੍ਰਜਨਨ ਦੇ ਵੱਖ-ਵੱਖ ਢੰਗਾਂ ਦਾ ਉਦਾਹਰਨ ਸਹਿਤ ਵਰਣਨ ਕਰੋ। ਪਹਿਲੀ ਆਪਣੇ ਕੋਲ ਹੈਗੀ ਆ ਕਾਇਕ ਪ੍ਰਜਨਨ। ਕਾਇਕ ਪ੍ਰਜਨਨ ਦੇ ਵਿੱਚ ਕੀ ਹੁੰਦਾ ਹੈ? ਇਸ ਵਿਧੀ ਵਿੱਚ ਪੌਦੇ ਦੀ ਜਿਹੜੀ ਜੜ ਹੈ, ਤਣਾ, ਪੱਤੇ ਜਾਂ ਕਲੀ ਵਰਗੇ ਕਿਸੇ ਅੰਗ ਦੁਆਰਾ ਨਵਾਂ ਪੌਦਾ ਕੀ ਹੈ? ਪ੍ਰਾਪਤ ਕੀਤਾ ਜਾਂਦਾ ਹੈ। ਜਿਵੇਂ ਕਿ ਗੁਲਾਬ ਦੇ ਤਣੇ ਦੀ ਕਲਮ ਤੋਂ ਕੀ ਇੱਕ ਨਵਾਂ ਪੌਦਾ ਬਣਦਾ ਹੈ, ਤਾਂ ਇਸ ਨੂੰ ਆਪਾਂ ਕੀ ਕਹਿੰਦੇ? ਕਾਇਕ ਪ੍ਰਜਨਨ। ਨੈਕਸਟ ਆਪਣੇ ਕੋਲ ਬਡਿੰਗ। ਬਡਿੰਗ 'ਚ ਕੀ ਹੈ? ਇਸ ਵਿਧੀ ਵਿੱਚ ਖਮੀਰ ਵਰਗੇ ਜੀਵ ਦੀ ਜਿਹੜੀ ਕੋਸ਼ਿਕਾ ਤੋਂ ਵਾਧਰੇ ਦੇ ਰੂਪ ਵਿੱਚ ਕਲੀ ਨਿਕਲਦੀ ਹੈ, ਜਿਸ ਤੋਂ ਕਿ ਇਹ ਨਵਾਂ ਜੀਵ ਵਿਕਸਿਤ ਹੁੰਦਾ ਹੈ। ਇਸ ਪ੍ਰੋਸੈਸ ਨੂੰ ਕੀ ਕਹਿੰਦੇ? ਇਸ ਢੰਗ ਨੂੰ ਕੀ ਕਹਿੰਦੇ ਆਪਾਂ? ਬਡਿੰਗ ਕਹਿੰਦੇ ਹਾਂ। ਖੰਡਨ। ਖੰਡਨ ਕੀ ਹੈ? ਇਕਾਈ ਦੋ ਜਾਂ ਵੱਧ ਖੰਡਾਂ ਵਿੱਚ ਵਿਖੰਡਿਤ ਹੋ ਜਾਂਦੀ ਹੈ ਅਤੇ ਹਰੇਕ ਖੰਡ ਤੋਂ ਕੀ ਇੱਕ ਨਵਾਂ ਪੌਦਾ ਬਣ ਜਾਂਦਾ, ਤਾਂ ਇਸ ਨੂੰ ਕਹਿੰਦੇ ਖੰਡਨ ਵਿਧੀ। ਨੈਕਸਟ ਹੈ ਬੀਜਾਣੂ ਨਿਰਮਾਣ। ਫਰਨ, ਮੋਸ, ਉੱਲੀ ਅਤੇ ਬੀਜਾਣੂ ਬਣਦੇ ਹਨ ਜੋ ਕਿ ਅਨੁਕੂਲਿਤ ਹਾਲਤਾਂ ਵਿੱਚ ਪੁੰਗਰ ਕੇ ਇੱਕ ਨਵੇਂ ਜੀਵਾਂ ਵਿੱਚ ਵਿਕਸਿਤ ਹੋ ਜਾਂਦੇ ਹਨ, ਤਾਂ ਇਸ ਨੂੰ ਆਪਾਂ ਕੀ ਕਹਿੰਦੇ? ਬੀਜਾਣੂ ਨਿਰਮਾਣ। ਨੈਕਸਟ ਕੁਐਸਚਨ ਆਪਣੇ ਕੋਲ ਪੌਦਿਆਂ ਵਿੱਚ ਕਾਇਕ ਪ੍ਰਜਨਨ ਦੇ ਬਣਾਉਟੀ ਢੰਗਾਂ ਦਾ ਕਿਹੜੇ ਬਣਾਉਟੀ ਢੰਗ ਹੈ ਉਹਨਾਂ ਦੀ ਉਦਾਹਰਨ ਸਹਿਤ ਕੀ ਹੈ? ਵਿਆਖਿਆ ਕਰਨੀ ਆਪਾਂ ਨੇ, ਵਰਣਨ ਕਰਨਾ ਹੈ। ਪਹਿਲਾ ਕੀ ਹੈ? ਕਲਮ ਲਗਾਉਣਾ। ਜਿਵੇਂ ਕਿ ਗੰਨਾ ਅਤੇ ਗੁਲਾਬ ਵਰਗੇ ਜਿਹੜੇ ਪੌਦਿਆਂ ਦੀ ਟਹਿਣੀਆਂ 'ਤੇ ਗੰਢ ਵਾਲੇ ਛੋਟੇ ਭਾਗ ਨੂੰ ਕਿ ਸਿੱਲੀ ਮਿੱਟੀ ਵਿੱਚ ਦਬਾ ਕੇ ਨਵੇਂ ਪੌਦੇ ਉਗਾਏ ਜਾਂਦੇ ਹਨ। ਤੁਹਾਨੂੰ ਪਤਾ ਹੀ ਗੰਨੇ ਦੀ ਜਿਹੜੀ ਟਹਿਣੀ ਹੁੰਦੀ ਹੈ ਉਹਦੇ ਵਿੱਚ ਕਿ ਗੰਢਾਂ ਵਾਲੇ ਛੋਟੇ ਭਾਗ ਨੂੰ ਕੀ ਕਰਦੇ ਹੈਗੇ? ਸਿੱਲੀ ਮਿੱਟੀ ਵਿੱਚ ਦਬਾ ਦਿੰਦੇ, ਜਿਸ ਨਾਲ ਕਿ ਨਵਾਂ ਪੌਦਾ ਉਗ ਜਾਂਦਾ, ਤਾਂ ਇਸ ਨੂੰ ਕੀ ਕਹਿੰਦੇ? ਕਲਮ ਲਗਾਉਣਾ। ਨੈਕਸਟ ਹੈ ਦਾਬ ਲਾਉਣਾ। ਜੈਸਮੀਨ ਅਤੇ ਸਟ੍ਰਾਬੇਰੀ ਵਰਗੇ ਜਿਹੜੇ ਪੌਦੇ ਹੁੰਦੇ ਆ ਉਹਨਾਂ ਦੀ ਟਹਿਣੀਆਂ ਨੂੰ ਮੋੜ ਕੇ ਮਿੱਟੀ ਵਿੱਚ ਦਬਾਇਆ ਜਾਂਦਾ ਹੈ। ਦਬਾਏ ਹੋਏ ਭਾਗ ਦੀਆਂ ਜੜ੍ਹਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਇੱਕ ਸੁਤੰਤਰ ਪੌਦਾ ਕੀ ਹੈ? ਇਸ ਤੋਂ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਵਿਕਸਿਤ ਹੋਏ ਪੌਦੇ ਨੂੰ ਕੀ ਹੈ? ਮੁੱਲ ਪੌਦੇ ਨਾਲੋਂ ਕੱਟ ਕੇ ਨਵੀਂ ਥਾਂ ਉਗਾਇਆ ਜਾਂਦਾ ਹੈ, ਤਾਂ ਇਸ ਨੂੰ ਕੀ ਕਹਿੰਦੇ ਆਪਾਂ? ਦਾਬ ਲਾਉਣਾ। ਪਿਉਂਦ ਚੜ੍ਹਾਉਣਾ ਕੀ ਹੈ? ਇਸ ਵਿੱਚ ਦੋ ਇੱਛਿਤ ਗੁਣਾਂ ਵਾਲੇ ਵੱਖ-ਵੱਖ ਪੌਦਿਆਂ ਤੋਂ ਮੁੜ ਅਤੇ ਸ਼ਾਖਾ ਲਏ ਜਾਂਦੇ ਹਨ। ਮੁੜ ਮਤਲਬ ਕੀ ਹੈ? ਜੜ ਵਾਲਾ ਹਿੱਸਾ ਤਣੇ ਸਮੇਤ ਲੈ ਲੈਂਦੇ ਆ ਅਤੇ ਸ਼ਾਖਾ ਕੀ ਹੈ? ਤਣੇ ਵਾਲਾ ਭਾਗ ਲੈ ਲੈਂਦੇ ਆ। ਇਹ ਭਾਗ ਤਿਰਛੇ ਕੱਟ ਕੇ ਜੋੜੇ ਜਾਂਦੇ ਹਨ ਅਤੇ ਬੰਨ੍ਹ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਕੀ ਹੈ? ਇੱਛਿਤ ਗੁਣਾਂ ਵਾਲਾ ਪੌਦਾ ਕੀ ਹੈ? ਤਿਆਰ ਹੋ ਜਾਂਦਾ ਹੈ। ਉਦਾਹਰਨ ਵਜੋਂ ਬੇਰ, ਅੰਬ ਆਦਿ ਵਿੱਚ ਪਿਉਂਦ ਚੜ੍ਹਾਈ ਜਾਂਦੀ ਹੈ। ਟਿਸ਼ੂ ਕਲਚਰ ਜਾਂ ਸੂਖਮ ਪ੍ਰਜਨਨ। ਇਸ ਵਿੱਚ ਵਿਭਾਜਿਤ ਹੋ ਰਹੇ ਟਿਸ਼ੂਆਂ ਦੇ ਪੁੰਜ ਨੂੰ ਜ਼ਰੂਰੀ ਪੋਸ਼ਕਾਂ ਅਤੇ ਹਾਰਮੋਨ ਯੁਕਤ ਮਾਧਿਅਮ ਵਿੱਚ ਰੱਖ ਕੇ ਛੋਟੇ ਪੌਦੇ ਬਣਾਏ ਜਾਂਦੇ ਹਨ। ਉਦਾਹਰਨ ਜਿਵੇਂ ਕੀ ਹੈ? ਆਲੂ ਅਤੇ ਗੰਨਾ ਆਦਿ ਕੀ ਕਰਦੇ ਹਨ? ਟਿਸ਼ੂ ਕਲਚਰ ਨਾਲ ਉਗਾਏ ਜਾਂਦੇ ਹਨ। ਇਹ ਸਭ ਕਿਸ ਦੀਆਂ ਉਦਾਹਰਨਾਂ ਸੀ? ਕਿਸ ਦੇ ਢੰਗ ਸੀ? ਬਣਾਉਟੀ ਢੰਗ। ਨੈਕਸਟ ਕੁਐਸਚਨ ਹੈ ਪਰਾਗਣ ਕਿਰਿਆ ਕੀ ਹੈ? ਦੋ ਤਰ੍ਹਾਂ ਦੀ ਪਰਾਗਣ ਕਿਹੜੀ ਹੈ? ਪਰਾਗਣ ਦੇ ਵੱਖ-ਵੱਖ ਕਾਰਕਾਂ ਦਾ ਉਦਾਹਰਨ ਸਹਿਤ ਵਰਣਨ ਕਰੋ। ਪਰਾਗਣ ਕਿਰਿਆ ਕੀ ਹੁੰਦੀ ਹੈ? ਪਰਾਗ ਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਗ੍ਰਾਹੀ ਤੱਕ ਸਥਾਨਾਂਤਰਨ ਪਰਾਗਣ ਕਿਰਿਆ ਅਖਵਾਉਂਦਾ ਹੈ। ਭਾਵ ਜਿਹੜੇ ਪਰਾਗ ਕਣਾਂ ਨੂੰ ਕੀ ਕਰਦੇ ਆ? ਪਰਾਗਕੋਸ਼ ਤੋਂ ਪਰਾਗਕਣ ਗ੍ਰਾਹੀ ਦੇ ਵਿੱਚ ਸਥਾਨਾਂਤਰਨ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਆਪਾਂ? ਪਰਾਗਣ ਕਿਰਿਆ।
ਪਰਾਗਣ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਸਵੈ ਪਰਾਗਣ ਹੁੰਦਾ ਅਤੇ ਦੂਸਰਾ ਕੀ ਹੁੰਦਾ ਪਰ ਪਰਾਗਣ। ਅਤੇ ਪਰਾਗਣ ਦੇ ਵੱਖ-ਵੱਖ ਕਾਰਕ ਕੀ ਹੈ ਕਿ ਪਰਾਗਣ ਹੁੰਦਾ ਕਿਵੇਂ ਹੈ, ਕਿਸ ਰਾਹੀਂ ਹੁੰਦਾ। ਤਾਂ ਪਹਿਲਾ ਹੈਗਾ ਹਵਾ ਰਾਹੀਂ। ਘਾਹ ਵਰਗੇ ਪੌਦਿਆਂ ਦੇ ਜਿਹੜੇ ਪਰਾਗਣ ਕੀ ਹੁੰਦੇ ਹਲਕੇ ਹੁੰਦੇ ਅਤੇ ਖੁਸ਼ਕ ਹੋਣ ਕਰਕੇ ਕੀ ਹਵਾ ਦੇ ਰਾਹੀਂ ਉੱਡ ਕੇ ਪਰਾਗ ਕਣ ਕੀ ਹੈ ਗ੍ਰਾਹੀ ਤੱਕ ਪਹੁੰਚ ਕੇ ਪਰਾਗਣ ਕਰਦੇ ਹਨ। ਨੈਕਸਟ ਆਪਣੇ ਕੋਲ ਪਾਣੀ ਦੇ ਰਾਹੀਂ ਵੀ ਹੋ ਜਾਂਦਾ ਪਰਾਗਣ, ਜਿਵੇਂ ਕਿ ਹਾਈਡਰੀਲਾ ਵਰਗੇ ਜਿਹੜੇ ਜਲੀ ਪੌਦੇ ਹੁੰਦੇ ਆ, ਪਾਣੀ ਦੇ ਵਿੱਚ ਪੌਦੇ ਹੁੰਦੇ, ਇਹਨਾਂ ਦੇ ਪਰਾਗਣ ਕੀ ਹੁੰਦੇ ਲੰਬੇ ਹੁੰਦੇ ਆ। ਇਹਨਾਂ ਦੇ ਬਾਹਰ ਜਲ ਰੋਧਕ ਕੀ ਇੱਕ ਪਰਤ ਬਣੀ ਹੁੰਦੀ ਹੈ, ਇਸ ਲਈ ਪਰਾਗਣ ਜਿਹੜਾ ਪਾਣੀ ਨਾਲ ਵਹਿ ਕੇ ਦੂਜੇ ਫੁੱਲਾਂ ਤੱਕ ਕੀ ਇਹ ਚਲੇ ਜਾਂਦੇ ਹਨ। ਨੈਕਸਟ ਹੈ ਕੀਟਾਂ ਰਾਹੀਂ। ਰੰਗ ਬਿਰੰਗੇ ਖੁਸ਼ਬੂਦਾਰ ਅਤੇ ਰਸਦਾਰ ਫੁੱਲਾਂ ਵੱਲ ਤਿਤਲੀਆਂ ਅਤੇ ਹੋਰ ਕੀਟ ਕੀ ਆ ਆਕਰਸ਼ਿਤ ਹੁੰਦੇ ਹਨ ਅਤੇ ਆਪਣੇ ਖੰਭਾਂ ਆਦਿ ਨਾਲ ਪਰਾਗਣ ਦਾ ਸਥਾਨਾਂਤਰਨ ਕਰ ਦਿੰਦੇ ਹਨ, ਭਾਵ ਇੱਕ ਜਗ੍ਹਾ ਤੋਂ ਦੂਸਰੀ ਥਾਂ ਲੈ ਜਾਂਦੇ ਹਨ। ਨੈਕਸਟ ਕੁਐਸਚਨ ਆਪਣੇ ਕੋਲ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਪਰਾਗਣ ਗ੍ਰਾਹੀ 'ਤੇ ਜਦੋਂ ਪੁੱਜ ਜਾਂਦੇ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ, ਪਰਾਗਣ ਵਿੱਚ ਇੱਕ ਛੋਟੀ ਜਿਹੀ ਨਲੀ ਨਿਕਲਦੀ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਪਰਾਗ ਨਲੀ ਕਹਿੰਦੇ ਹਾਂ। ਇਹ ਇਸਤਰੀ ਕੇਸਰ ਦੀ ਪਰਾਗ ਵਹਿਣੀ ਵਿੱਚੋਂ ਹੋ ਕੇ ਅੰਡਕੋਸ਼ ਤੱਕ ਪਹੁੰਚਦੀ ਹੈ ਅਤੇ ਫਿਰ ਇਹ ਅੰਡਾਣੂ ਵਿੱਚ ਦਾਖਲ ਹੋ ਜਾਂਦੀ ਹੈ। ਇੱਥੇ ਨਰ ਅਤੇ ਮਾਦਾ ਯੁਗਮਕ ਦਾ ਕੀ ਹੁੰਦਾ ਮੇਲ ਹੁੰਦਾ, ਜਿਸ ਨੂੰ ਆਪਾਂ ਕੀ ਕਹਿੰਦੇ ਨਿਸ਼ੇਚਨ ਕਿਰਿਆ ਕਹਿੰਦੇ ਹਾਂ। ਨੈਕਸਟ ਆਪਣੇ ਕੋਲ ਕੁਐਸਚਨ ਹੈ 5th ਕੁਐਸਚਨ, ਫਲ ਅਤੇ ਬੀਜ ਬਣਨ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ। ਨਿਸ਼ੇਚਨ ਤੋਂ ਬਾਅਦ ਜਿਹੜਾ ਫੁੱਲ ਵਿੱਚ ਹੇਠ ਲਿਖੇ ਪਰਿਵਰਤਨ ਆਉਂਦੇ ਹਨ, ਜਿਵੇਂ ਫਸਟ ਹੈ ਨਿਸ਼ੇਚਨ ਮਗਰੋਂ ਅੰਡਕੋਸ਼ ਫਲ ਵਿੱਚ ਅਤੇ ਅੰਡਾਣੂ ਬੀਜ ਵਿੱਚ ਕੀ ਹੈ ਪਰਿਵਰਤਿਤ ਹੋ ਜਾਂਦਾ। ਜਿਹੜਾ ਅੰਡਕੋਸ਼ ਹੁੰਦਾ ਉਹ ਕੀ ਫਲ ਵਿੱਚ ਪਰਿਵਰਤਿਤ ਹੋ ਜਾਂਦਾ ਅਤੇ ਅੰਡਾਣੂ ਕਿਸ 'ਚ ਪਰਿਵਰਤਿਤ ਹੋ ਜਾਂਦਾ ਬੀਜ ਵਿੱਚ। ਫੁੱਲ ਦੇ ਬਾਕੀ ਭਾਗ ਕੀ ਮੁਰਝਾ ਕੇ ਕੀ ਹੈ ਝੜ ਜਾਂਦੇ ਹਨ। ਨੈਕਸਟ ਹੈ ਬੀਜ ਕੀ ਇੱਕ ਵਿਕਸਿਤ ਅੰਡਾਣੂ ਹੈ, ਵਿਕਸਿਤ ਹੋ ਚੁੱਕਿਆ, ਜਿਸ ਵਿੱਚ ਭਰੂਣ ਅਤੇ ਪੋਸ਼ਣ ਮੌਜੂਦ ਹਨ। ਭਰੂਣ ਅਤੇ ਪੋਸ਼ਣ ਦੋਨੋਂ ਚੀਜ਼ਾਂ ਮੌਜੂਦ ਹਨ। ਇਹ ਇੱਕ ਸੁਰੱਖਿਅਤ ਪਰਤ ਨਾਲ ਢੱਕਿਆ ਹੁੰਦਾ ਹੈ ਜਿਸ ਨੂੰ ਬੀਜ ਦੇ ਛਿਲਕੇ ਕਿਹਾ ਜਾਂਦਾ ਹੈ। ਨੈਕਸਟ ਕੀ ਆਪਣੇ ਕੋਲ 3rd ਪੁਆਇੰਟ, ਫਲ ਗੁੱਦੇਦਾਰ ਅਤੇ ਰਸ ਭਰੇ ਅੰਬ ਜਾਂ ਸੰਤਰਾ ਹੋ ਗਿਆ ਜਿਵੇਂ ਕਿ, ਜਾਂ ਸੁੱਕੇ ਅਤੇ ਸਖਤ ਬਦਾਮ ਜਾਂ ਅਖਰੋਟ ਵੀ ਹੋ ਸਕਦੇ ਹਨ। ਇਹ ਇਸ ਦੇ ਵਿੱਚ ਉਦਾਹਰਨਾਂ ਦਿੱਤੀਆਂ ਹੋਈਆਂ ਕਿ ਕਿਹੜਾ ਕਿ ਆਪਣੇ ਕੋਲ ਰਸ ਭਰੇ ਵਾਲੇ ਹੈਗੇ ਆਪਣੇ ਕੋਲ ਫਲ ਅਤੇ ਕਿਹੜੇ ਸੁੱਕੇ ਜਾਂ ਸਖਤ ਹੋ ਸਕਦੇ ਹਨ। ਨੈਕਸਟ ਕੁਐਸਚਨ ਹੈ 6ਵਾਂ, ਬੀਜਾਂ ਦਾ ਖਿਲਰਨਾ ਕੀ ਹੈ। ਬੀਜ ਖਿਲਰਨ ਦੇ ਕੋਈ ਦੋ ਢੰਗਾਂ ਦਾ ਉਦਾਹਰਨ ਸਹਿਤ ਵਰਣਨ ਕਰੋ। ਬੀਜਾਂ ਦਾ ਪਾਣੀ, ਹਵਾ ਅਤੇ ਜੰਤੂਆਂ ਰਾਹੀਂ ਦੂਰ ਤੱਕ ਖਿਲਰਨਾ ਬੀਜ ਦਾ ਖਿਲਰਨ ਅਖਵਾਉਂਦਾ ਹੈ। ਬੀਜ ਕੀ ਹੈ ਪਾਣੀ ਰਾਹੀਂ, ਹਵਾ ਰਾਹੀਂ ਜਾਂ ਜੰਤੂਆਂ ਦੇ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਖਿਲਰ ਜਾਂਦੇ ਆ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਬੀਜਾਂ ਦਾ ਖਿਲਰਨ ਕਹਿੰਦੇ ਹਾਂ। ਉਦਾਹਰਨ ਜਿਵੇਂ ਕਿ ਹਵਾ ਦੁਆਰਾ, ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ। ਘਾਹ, ਅੱਕ ਅਤੇ ਮੈਪਲ ਵਰਗੇ ਜਿਹੜੇ ਪੌਦੇ ਹੁੰਦੇ ਉਹਨਾਂ ਦੇ ਬੀਜ ਕੀ ਹੁੰਦੇ ਆ ਹਲਕੇ ਹੁੰਦੇ, ਜੋ ਕਿ ਹਵਾ ਨਾਲ ਉੱਡ ਕੇ ਦੂਰ ਤੱਕ ਚਲੇ ਜਾਂਦੇ ਹਨ। ਸੈਕਿੰਡ ਹੈ ਪਾਣੀ ਦੁਆਰਾ। ਨਾਰੀਅਲ ਅਤੇ ਹੋਰ ਜਲੀ ਪੌਦਿਆਂ ਦੇ ਜਿਹੜੇ ਸਪੰਜੀ ਬੀਜ ਹੁੰਦੇ ਆ ਪਤਨੀ ਉੱਪਰ ਤੈਰਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹਨ। ਜੰਤੂਆਂ ਦੁਆਰਾ। ਯੂਰੇਨਾ ਵਰਗੇ ਪੌਦਿਆਂ ਦੇ ਬੀਜਾਂ ਉੱਪਰ ਹੁੱਕ ਵਰਗੀਆਂ ਰਚਨਾਵਾਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਬੀਜ ਜੰਤੂਆਂ ਦੇ ਸਰੀਰ ਨਾਲ ਚਿੰਬੜ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹਨ। ਇਸ ਤਰ੍ਹਾਂ ਇਹ ਬੀਜ ਦੇ ਖਿਲਰਨ ਦੇ ਢੰਗਾਂ ਦੇ ਬਾਰੇ ਦੱਸਿਆ ਗਿਆ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।